सत श्री अकाल प्यारे बच्चों। तो बेटे अपना अज का टॉपिक है कॉलरश ला। कॉलरश ला की आखदा बेटे, इहदी डेफिनेशन तो पहला मैं इहदे बारे तुहानूं वैसे दसां कि इहदा मतलब की है, इहदा मकसद की है, इहदे वास्ते असीं इस कॉलरश ला नूं करदे हां। तां आओ सानूं पता बेटे मोलर कनैक्टिविटी ना, मोलर कनैक्टिविटी KCl की जेकर आपां देखनी होवे तां KCl की मोलर कनैक्टिविटी एट इनफाइनाइट डिल्यूशन बेटे कितनी हुंदी है 149.9। ठीक है, यूनिट तुहानूं पता ही है बेटे ते साइमन सेंटीमीटर स्क्वायर पर मोल। ठीक है, यूनिट की अपन लोड नहीं इत्थे हैगी खास, जे लिखने भी है तो तुसीं लिख सकते हैं साइमन सेंटीमीटर स्क्वायर पर मोल। ठीक है, अच्छा इस तरीके असीं NaCl की लिखनी होगी तो NaCl की बेटे कितनी हुंदी अपने कोले मोलर कनैक्टिविटी एट इनफाइनाइट डिल्यूशन 126.5। ठीक है जी, समझ लग गई ना। इस तरह आप लिख देने हैं। हुण देखो तुसीं इहदी जिहड़ी मोलर कनैक्टिविटी है उहदे आयंस करके है, आयंस किहड़े करके बेटे पोटैशियम दे आयंस करके ते क्लोरीन दे आयंस करके। इदां ही इहदी जिहड़ी मोलर कनैक्टिविटी है सोडियम दे आयंस करके होगी और क्लोरीन दे आयंस करके होगी। ठीक है, तां ओह कहंदे जी जदों असीं इन्हां दा डिफरेंस लवांगे ना ਤਾਂ ਜਿਹੜੇ ਆਪਣੇ ਕੋਲੇ ਕਾਮਨ ਆਇਨਸ ਹੋਣਗੇ ਉਹਨਾਂ ਦੇ ਕਰਕੇ ਜਿਹੜੀ ਮੋਲਰ ਕਨੈਕਟੀਵਿਟੀ ਆਉਣੀ ਸੀ ਉਹ ਤਾਂ ਕੈਨਸਲ ਆਊਟ ਹੋ ਜਾਊਗੀ। ਸਿਰਫ ਤੇ ਸਿਰਫ ਕਿਹੜੀ ਰਹਿ ਜੂਗੀ ਬੇਟੇ, ਸਿਰਫ ਤੇ ਸਿਰਫ ਜਿਹੜੇ ਡਿਫਰੈਂਟ ਆਇਨਸ ਦਾ ਨਾ ਉਹਨਾਂ ਦੀ ਮੋਲਰ ਕਨੈਕਟੀਵਿਟੀ ਦਾ ਡਿਫਰੈਂਸ ਰਹਿ ਜਾਊਗਾ। ਜਿਹੜਾ ਇਹਨਾਂ ਦਾ ਹੋਲ ਡਿਫਰੈਂਸ ਹੋਊਗਾ ਉਹ ਇਹਨਾਂ ਦਾ ਡਿਫਰੈਂਸ ਹੀ ਹੋਊਗਾ ਐਕਚੁਅਲ ਦੇ ਵਿੱਚ। ਆਪਾਂ ਡਿਫਰੈਂਸ ਲੈ ਕੇ ਦੇਖ ਲੈਂਦੇ ਹਾਂ ਬੇਟੇ। ਦੇਖੋ ਆਪਣੇ ਕੋਲੇ ਜਦੋਂ ਆਪਾਂ ਡਿਫਰੈਂਸ ਲਿਆ ਇਹਨਾਂ ਦਾ ਨਾ ਤਾਂ ਡਿਫਰੈਂਸ ਲੈ ਕੇ ਸਾਡੇ ਕੋਲੇ ਕੀ ਬਣ ਗਿਆ 4 ठीक है 23.4 बन गया। और 23.4 ਦਾ ਮਤਲਬ ਹੈਗਾ ਵੀ ਇਹਨਾਂ ਦਾ ਕੁੱਲ ਡਿਫਰੈਂਸ ਵੀ ਇਹ ਆਇਆ ਤੇ ਕੁੱਲ ਡਿਫਰੈਂਸ ਅਸਲ ਦੇ ਵਿੱਚ ਹੈ ਕੀ ਹੈ ਬੇਟੇ ਸਿਰਫ ਤੇ ਸਿਰਫ Kl ਤੇ Na ਦੇ ਕਰਕੇ। Cl ਵਾਲਾ ਤਾਂ ਆਪਸ ਵਿੱਚ ਕੈਂਸਲ ਆਊਟ ਹੋ ਗਿਆ। ਹੁਣ ਆਪਾਂ ਨੂੰ ਕਿਵੇਂ ਪਤਾ ਲੱਗਿਆ ਵੀ Cl ਵਾਲਾ ਆਪਸ ਵਿੱਚ ਕੈਂਸਲ ਆਊਟ ਹੋ ਗਿਆ ਹੋਊਗਾ। ਆਪਾਂ ਇੱਕ ਹੋਰ ਐਗਜ਼ਾਮਪਲ ਲੈ ਲੈਂਦੇ ਬੇਟੇ। ਦੇਖੋ ਮੋਲਰ ਕਨੈਕਟੀਵਿਟੀ ਲੈਣੇ ਅਸੀਂ KNO3 ਦੀ। ਠੀਕ ਹੈ ਜੀ, और KNO3 ਦੀ ਜਿਹੜੀ ਮੋਲਰ ਕਨੈਕਟੀਵਿਟੀ ਹੁੰਦੀ ਹੈ ਉਹ ਹੁੰਦੀ ਹੈ ਬੇਟੇ 145.0। ਕਿੰਨੀ ਹੈ ਬੇਟੇ ਉਹ 145.0। और मोलर कनेक्टिविटी NaNO3 ਦੀ ਉਹਦੀ ਮੋਲਰ ਕਨੈਕਟੀਵਿਟੀ ਹੈਗੀ ਹੈ ਬੇਟੇ 121.6। ਕਿੰਨੀ ਮੋਲਰ ਕਨੈਕਟੀਵਿਟੀ ਹੈ ਉਹਦੀ 121.6 ਮੋਲਰ ਕਨੈਕਟੀਵਿਟੀ ਹੈ। ਹੁਣ ਜਦੋਂ ਆਪਾਂ ਇਹਨਾਂ ਦਾ ਡਿਫਰੈਂਸ ਲਵਾਂਗੇ ਇਹਨਾਂ ਦੇ ਵਿੱਚ ਵੀ ਬੇਟੇ K ਪੋਜ਼ਿਟਿਵ ਤੇ Na ਪੋਜ਼ਿਟਿਵ ਜਿਹੜੇ ਹੈਗੇ ਆ ਨਾ ਉਹ ਅਲੱਗ ਨੇ ਔਰ NO3 ਉਹਦੇ ਵਿੱਚ ਵੀ NO3 ਉਹਦੇ ਵਿੱਚ ਵੀ ਹੈ। ਇਹਦਾ ਮਤਲਬ ਜਦੋਂ ਅਸੀਂ ਡਿਫਰੈਂਸ ਲਵਾਂਗੇ ਤਾਂ ਡਿਫਰੈਂਸ ਦੇ ਵਿੱਚ ਇਹਦੇ ਵਿੱਚ ਵੀ ਮੋਲਰ ਕਨੈਕਟੀਵਿਟੀ ਡਿਊ ਟੂ NO3 ਵਾਲੀ ਜੋ ਕੈਂਸਲ ਆਊਟ ਹੋ ਜਾਣੀ। ਸਿਰਫ ਕਿਹੜਾ ਡਿਫਰੈਂਸ ਰਹਿ ਜਾਣਾ ਬੇਟੇ ਉਹ K ਵਾਲਾ ਤੇ Na ਵਾਲਾ ਹੀ ਰਹਿ ਜਾਣਾ। ਕਿੰਨਾ ਡਿਫਰੈਂਸ ਆ ਰਿਹਾ ਬੇਟੇ ਇਹਦੇ ਵਿੱਚ ਵੀ 4.32। देखो बिल्कुल उन्ना ही डिफरेंस है, बिल्कुल उन्ना ही डिफरेंस ਉਹਦਾ ਹੈ। ਇਹਦਾ ਮਤਲਬ ਹੈ ਡਿਫਰੈਂਸ ਅਸਲ ਦੇ ਵਿੱਚ ਕਿਹਦਾ ਆਇਆ ਸੀ ਬੇਟੇ K ਪੋਜ਼ਿਟਿਵ ਦਾ ਤੇ Na ਪੋਜ਼ਿਟਿਵ ਦਾ। ਉਹਦੇ ਵਿੱਚ ਵੀ ਡਿਫਰੈਂਸ K ਪੋਜ਼ਿਟਿਵ ਦਾ ਤੇ Na ਪੋਜ਼ਿਟਿਵ ਦਾ ਆਇਆ ਸੀ, ਤਾਂ ਹੀ ਕਰਕੇ ਸੇਮ ਹੈ। ਹੁਣ ਦੂਸਰੀ ਗੱਲ ਹੈ ਆਪਾਂ ਜੇਕਰ ਇਦਾਂ ਵੇਖਣਾ ਹੋਵੇ ਬੇਟੇ ਵੀ ਇਹਦੇ ਵਿੱਚ ਵੀ K ਹੈਗੀ ਹੈ ਤੇ ਉਹਦੇ ਵਿੱਚ ਵੀ K ਹੈਗੀ ਹੈ, ਇਹਨਾਂ ਦਾ ਆਪਸ ਵਿੱਚ ਡਿਫਰੈਂਸ ਕਿੰਨਾ ਆਊਗਾ। ਠੀਕ ਹੈ, ਇਉਂ ਕਰਕੇ ਇਹਦੇ ਵਿੱਚ ਵੀ Na ਹੈਗੀ ਹੈ ਉਹਦੇ ਵਿੱਚ ਵੀ Na ਹੈਗਾ, ਇਹਨਾਂ ਦਾ ਆਪਸ ਵਿੱਚ ਡਿਫਰੈਂਸ ਕਿੰਨਾ ਆਊਗਾ। ਤੇ ਤੁਹਾਨੂੰ ਪਤਾ ਬੇਟੇ ਇਹਨਾਂ ਦਾ ਜਦੋਂ ਅਸੀਂ ਇਹਦਾ ਲਵਾਂਗੇ ਡਿਫਰੈਂਸ ਇਹਦਾ ਤੇ ਇਹਦਾ ਡਿਫਰੈਂਸ ਲਵਾਂਗੇ। ਵੇਖੋ ਡਿਫਰੈਂਸ ਆਪਾਂ ਲੈ ਲੈਂਦੇ ਹਾਂ KCl ਤੇ KNO3 ਦਾ। ਹੁਣ ਇਹਦੇ ਵਿੱਚ ਕੀ ਸੇਮ ਹੈ ਬੇਟੇ ਇੱਥੇ K ਪੋਜ਼ਿਟਿਵ ਸੇਮ ਹੈ। ਜਦੋਂ ਡਿਫਰੈਂਸ ਲਵਾਂਗੇ ਕਿਹਦੇ ਕਰਕੇ ਆਊਗਾ ਉਹ ਐਨਾਇਨਸ ਦਾ ਡਿਫਰੈਂਸ ਆਊਗਾ ਅਸਲ ਦੇ ਵਿੱਚ। ਠੀਕ ਹੈ, ਐਨਾਇਨਸ ਦਾ ਡਿਫਰੈਂਸ ਕਿੰਨਾ ਆ ਰਿਹਾ ਵਾ ਸਾਨੂੰ ਪਤਾ ਬੇਟੇ। ਅੱਛਾ KCl ਦਾ ਕਿੰਨਾ ਸੀਗਾ ਸਾਨੂੰ ਪਤਾ ਹੈ, ਇਹ ਤੁਹਾਨੂੰ ਦਿੱਤਾ ਹੋਊਗਾ। ਠੀਕ ਹੈ 149.9 ਤੇ ਇਹਦਾ ਜਿਹੜਾ ਹੈਗਾ 145.0 ਤਾਂ ਡਿਫਰੈਂਸ ਕਿੰਨਾ ਆ ਗਿਆ ਬੇਟੇ 4.9। ਕਿੰਨਾ ਡਿਫਰੈਂਸ ਆਇਆ ਬਈ ਇਹਨਾਂ ਦਾ 4.9। और डिफरेंस असल ਦੇ ਵਿੱਚ ਕਿਹਦੇ ਕਰਕੇ ਹੋਊਗਾ ਬੇਟੇ ਉਹ Cl ਨੈਗੇਟਿਵ ਆਇਨ और लैम्डा नॉट NO3 ਨੈਗੇਟਿਵ ਆਇਨ। ਇਹ ਮੈਂ ਤੁਹਾਨੂੰ ਬਾਅਦ ਚ ਦੱਸੂਗਾ ਵੀ ਆ ਕੀ ਚੀਜ਼ਾਂ ਨੇ। ਫਿਲਹਾਲ ਤੁਸੀਂ ਬਸ ਡਿਫਰੈਂਸ ਵੇਖ ਲਓ। ਡਿਫਰੈਂਸ ਕਿੰਨਾ ਆ ਗਿਆ ਬੇਟੇ 4.9। ठीक है, इदां ही जेकर ਆਪਾਂ डिफरेंस ले लईए NaCl ਦਾ ਤੇ
NaNO3 ਦਾ। ਇਹਦਾ ਜਦੋਂ ਡਿਫਰੈਂਸ ਲਵਾਂਗੇ ਅਸੀਂ NaCl ਦਾ ਸਾਨੂੰ ਪਤਾ ਬੇਟੇ ਕਿੰਨਾ ਸੀਗਾ 126.5 ਔਰ ਇਹਦਾ ਸਾਨੂੰ ਪਤਾ ਬੇਟੇ ਕਿੰਨਾ ਸੀਗਾ 121.6 ਔਰ ਇਹਨਾਂ ਦਾ ਜਦੋਂ ਡਿਫਰੈਂਸ ਲਵਾਂਗੇ ਨਾ ਤਾਂ ਸਾਡੇ ਕੋਲ ਕਿੰਨਾ ਬਣ ਜਾਣਾ ਡਿਫਰੈਂਸ ਇਹਦਾ 9 4 ਇਹਦਾ ਡਿਫਰੈਂਸ ਬੇਟੇ ਕਿੰਨਾ ਬਣ ਗਿਆ ਵਾ 4.9 ਵੇਖੋ ਆਪਾਂ ਆਹ ਵਾਲੀਆਂ ਵੈਲਿਊਜ਼ ਲਈਆਂ ਹੁਣ NaCl ਦੀ ਵੈਲਿਊ ਲੈ ਲਈ ਔਰ NaNO3 ਦੀ ਵੈਲਿਊ ਲੈ ਲਈ ਸੋਡੀਅਮ ਨਾਈਟ੍ਰੇਟ ਦੀ ਤੇ ਸੋਡੀਅਮ ਕਲੋਰਾਈਡ ਦੀ ਵੈਲਿਊ ਲਈ ਉਹਨਾਂ ਦਾ ਜਦੋਂ ਡਿਫਰੈਂਸ ਲੱਗਾ ਉਹਨਾਂ ਦਾ ਵੀ ਬੇਟੇ ਆਪਣੇ ਕੋਲੇ 4.9 ਬਣਿਆ ਇਹਨਾਂ ਦਾ 4.9 ਬਣਿਆ ਸੀ ਕੀ ਕਾਰਨ ਹੈ ਕਿਉਂਕਿ ਇਹਦੇ ਚ ਬੇਟੇ ਪੋਟਾਸ਼ੀਅਮ ਕਾਮਨ ਸੀ ਉਹਨੂੰ ਅਸੀਂ ਕੈਂਸਲ ਆਊਟ ਕਰਤਾ ਉਹਦੇ ਚ ਸੋਡੀਅਮ ਆਪਣੇ ਕੋਲ ਕਾਮਨ ਸੀ ਉਹਨੂੰ ਅਸੀਂ ਕੈਂਸਲ ਆਊਟ ਕਰਤਾ ਬਾਕੀ ਕੀ ਬਚਦੇ ਸੀ ਸਿਰਫ ਬੇਟੇ ਇਹਦੇ ਚ ਕਲੋਰੀਨ ਤੇ ਜਿਹੜਾ ਹੈਗਾ ਨਾਈਟ੍ਰੇਟ ਆਇਨ ਦਾ ਹੀ ਡਿਫਰੈਂਸ ਬਚਦਾ ਸੀ ਉਹ ਸੇਮ ਆਉਣਾ ਸੀਗਾ ਜਿੰਨਾ ਉਹਦੇ ਵਿੱਚ ਆਇਆ ਕਿਉਂਕਿ ਉਹਦੇ ਵਿੱਚ ਵੀ ਸੇਮ ਹੀ ਆਇਨ ਬਾਕੀ ਬਚਦੇ ਸੀਗੇ ਠੀਕ ਹੈ ਤਾਂ ਇੱਥੋਂ ਫਿਰ ਪੌਲਰਿਸ਼ ਲਾ ਗਈਆਂ ਦਾ ਉਹ ਕਹਿੰਦੇ ਜੀ ਜਦੋਂ ਵੀ ਮੋਲਰ ਕੰਡਕਟਿਵਿਟੀ ਅਸੀਂ ਦੇਖਣੀ ਹੈ ਨਾ ਤਾਂ ਮੋਲਰ ਕੰਡਕਟਿਵਿਟੀ ਵੇਖਣ ਵਾਸਤੇ ਸਾਨੂੰ ਪਤਾ ਹੈ ਜੀ ਇਹ ਜਿਹੜੇ ਆਇਨ ਹੈ ਇਹ ਪੂਰੀ ਤਰ੍ਹਾਂ ਡਿਸੋਸੀਏਟ ਹੋ ਜਾਂਦੇ ਆ ਔਰ ਇੱਕ ਆਇਨ ਹੈ ਜਿਹੜਾ ਉਹਦੀ ਹਰੇਕ ਦੀ ਮੋਲਰ ਕਨੈਕਟੀਵਿਟੀ ਵੱਲ ਆਪਣੀ ਜਿਹੜੀ ਕੰਟਰੀਬਿਊਸ਼ਨ ਹੁੰਦੀ ਹੈ ਉਹ ਨਾਲ ਲੱਗੇ ਹੋਏ ਆਇਨ ਦੇ ਉੱਤੇ ਡਿਪੈਂਡ ਨਹੀਂ ਕਰਦਾ ਜੇਕਰ ਨਾਲ ਲੱਗੇ ਹੋਏ ਆਇਨ ਤੇ ਡਿਪੈਂਡ ਕਰਦਾ ਹੁੰਦਾ ਤਾਂ ਫਿਰ ਇਹਦੇ ਵਿੱਚ ਕੁਝ ਹੋਰ ਹੁੰਦਾ Cl ਦਾ ਇਹਦੇ ਵਿੱਚ ਕੁਝ ਹੋਰ ਹੁੰਦਾ ਇਹਦੇ ਵਿੱਚ NO3 ਦਾ ਕੁਝ ਹੋਰ ਹੁੰਦਾ ਤੇ ਇਹਦੇ ਵਿੱਚ NO3 ਦਾ ਕੁਝ ਹੋਰ ਹੁੰਦਾ ਪਰ ਉਹ ਨਾਲ ਤੇ ਡਿਪੈਂਡ ਹੀ ਨਹੀਂ ਕਰਦਾ ਕਿ ਉਹਦੀ ਹਰੇਕ ਦੀ ਆਪਣੀ ਜਿਹੜੀ ਹੈਗੀ ਹੈ ਕੰਟਰੀਬਿਊਸ਼ਨ ਹੈਗੀ ਹੈ ਇਹ ਆਪਾਂ ਨੂੰ ਪੌਲਰਿਸ਼ ਲਾ ਨੇ ਕਿਹਾ ਤੇ ਇਹ ਤੁਸੀਂ ਬੇਟੇ ਦੀ ਡੈਫੀਨੇਸ਼ਨ ਲਿਖ ਲਓ ਮੈਂ ਡੈਫੀਨੇਸ਼ਨ ਲਿਖਵਾ ਦਿੰਦਾ ਤੁਹਾਨੂੰ ਠੀਕ ਹੈ ਇਹਨੂੰ ਆਪਾਂ ਕਹਾਂਗੇ ਪੌਲਰਿਸ਼ law of independent migration of ions states that when dissociation is completed dissociation complete करनी है ठीक है states that इतने लगा पहला at infinite dilution at infinite dilution when dissociation is completed ठीक है the contribution of ions ठीक है of an ion लिख लो of an ion या contribution of an ion two words contribution of ions of the electrolyte towards the molar conductivity of the electrolyte irrespective the nature of ਮੈਨੂੰ ਪਤਾ ਨਹੀਂ ਬੇਟਾ ਤੁਹਾਨੂੰ ਥੱਲੇ ਦੱਸਦਾ ਕਿ ਨਹੀਂ ਦੱਸਦਾ ਚਲੋ ਮੈਂ ਤੁਹਾਨੂੰ ਵੈਸੇ ਬੋਲ ਦੂੰਗਾ ਜੇ ਨਹੀਂ ਦੱਸਦਾ ਹੋਇਆ ਤਾਂ ਤੁਸੀਂ ਲਿਖ ਲਓ irrespective the nature of other ion with which it associates देखो बेटे की आने आख्या कहने द Cauchy's law of independent migration ion states that at infinite dilution ਕਿਸੇ ਵੀ infinite dilution ਦੇ ਵਿੱਚ ਆਪਾਂ ਵੇਖਦੇ ਹਾਂ ਜਦੋਂ when dissociation complete ਜਦੋਂ dissociation complete ਹੋ ਜਾਂਦੀ ਹੈ ਬੇਟੇ ਠੀਕ ਹੈ the contribution of ion ਇੱਕ ion ਦੀ contribution ਹੈ ਕਾਹਦੇ ਵੱਲ ਬੇਟੇ towards the molar connectivity of the electrolyte ਜਿਹੜੀ ਇਹਦੀ molar connectivity ਹੈ ਉਹਦੇ ਵੱਲ ਜਿਹੜੀ ਇਹਦੀ contribution ਹੈ ਠੀਕ ਹੈ
ਤਾਂ ਉਹ ਕੀ ਹੋਊਗੀ ਬੇਟੇ, ਉਹਦੇ ਨਾਲ ਵਾਲੇ ਦੇ ਉੱਤੇ ਨੇਚਰ ਦੇ ਉੱਤੇ ਡਿਪੈਂਡ ਨਹੀਂ ਕਰਦੀ ਉਹਦੇ ਨਾਲ ਵਾਲੇ ਦਾ ਨੇਚਰ ਕੀ ਹੁੰਦਾ, ਇਰਰਿਸਪੈਕਟ ਆਫ ਦਾ ਨੇਚਰ ਆਫ ਦੀ ਅਦਰ ਆਇਨ ਵਿਦ ਵਿਚ ਇਟ ਇਜ਼ ਐਸੋਸੀਏਟਡ। ਠੀਕ ਹੈ, ਜਿਹਦੇ ਨਾਲ ਇਹ ਐਸੋਸੀਏਟ ਕਰ ਰਿਹਾ ਤੇ ਜਿਹਦੇ ਨਾਲ ਜੁੜਿਆ ਹੋਇਆ ਉਹਦੇ ਨੇਚਰ ਤੇ ਡਿਪੈਂਡ ਨਹੀਂ ਕਰਦੀ, ਇਹਦਾ ਆਪਣੇ ਨੇਚਰ ਤੇ ਡਿਪੈਂਡ ਕਰਦੀ ਇਹਦਾ ਆਪਣਾ ਨੇਚਰ ਕੀ ਹੈਗਾ। ਠੀਕ ਹੈ ਬੇਟੇ, ਇਹ ਕੋਲਰਿਸ਼ ਲਾ ਜਿਹੜਾ ਹੈਗਾ ਸੀਗਾ। ਤਾਂ ਮੈਂ ਤੁਹਾਨੂੰ ਇਹ ਡੈਫੀਨੇਸ਼ਨ ਬੋਲਦਾ, ਕੋਲਰਿਸ਼ ਲਾ of independent migration of ion states that at an finite dilution the contribution of an ion towards the molar conductivity of the electrolyte irrespective of the nature of the other ion with which it is associated। ठीक है, और ਹੁਣ ਬੇਟੇ ਅਗਲੀ ਗੱਲ ਆ ਜਾਂਦੀ ਹੈ ਵੀ ਇੱਥੋਂ ਸਾਨੂੰ ਇਹ ਗੱਲ ਪਤਾ ਲੱਗ ਗਈ ਵੀ ਕਿਸੇ ਦਾ ਵੀ ਜਦੋਂ ਅਸੀਂ ਮੋਲਰ ਕਨੈਕਟੀਵਿਟੀ ਕਹਾਂਗੇ ਨਾ, ਉਹ ਮੋਲਰ ਕਨੈਕਟੀਵਿਟੀ ਦੋਵਾਂ ਭਾਗਾਂ ਦੇ ਵਿੱਚ ਵੰਡੀ ਜਾਂਦੀ ਹੈਗੀ ਹੈ। ਠੀਕ ਹੈ, ਦੋਵਾਂ ਭਾਗਾਂ 'ਚ ਕਿਵੇਂ ਵੰਡੀ ਜਾਂਦੀ ਹੈ, ਦੇਖੋ ਕੋਈ ਵੀ ਮੋਲਰ ਕਨੈਕਟੀਵਿਟੀ ਲੈਣੀ ਹੋਊਗੀ ਨਾ ਅਸੀਂ, ਉਹ ਇਦਾਂ ਵੰਡੀ ਜਾਣੀ ਹੈ ਬੇਟੇ, ਪੋਜ਼ਿਟਿਵ ਠੀਕ ਹੈ ਪਲੱਸ ਨਿਊ ਨੈਗੇਟਿਵ ਲੈਂਬਡਾ ਨੋਟ। ਠੀਕ ਹੈ ਜੀ, ਹੁਣ ਆ ਲੈਂਬਡਾ ਨੋਟ ਕੀ ਹੈਗਾ, ਆ ਪੋਜ਼ਿਟਿਵ ਦੇ ਕਟਾਇਨ ਦਾ ਬੇਟੇ ਕੰਟਰੀਬਿਊਸ਼ਨ ਹੈ, ਆ ਅਨਾਇਨ ਦਾ ਕੰਟਰੀਬਿਊਸ਼ਨ ਹੈ। ਲੈਂਬਡਾ ਨੋਟ ਹੈ ਜਿਹੜੀ ਉਹਦੀ ਆਪਣੀ ਆਇਨਸ ਦੀ ਹੋਊਗੀ ਨਾ ਐਟ ਐਨ ਫਾਈਨਾਈਟ ਰਿਲੇਸ਼ਨ ਦੇ ਉੱਤੇ, ਉਹ ਚੀਜ਼ ਦਿੱਤੀ ਹੋਈ ਹੈ। ਠੀਕ ਹੈ ਜੀ, ਤੁਸੀਂ ਇਹਦੇ ਤੇ ਵੀ ਪੋਜ਼ਿਟਿਵ ਨੈਗੇਟਿਵ ਲਿਖ ਸਕਦੇ, ਇੱਥੇ ਪੋਜ਼ਿਟਿਵ ਨੈਗੇਟਿਵ ਲਿਖ ਸਕਦੇ ਹੋ। ਔਰ ਆਹ ਚੀਜ਼ ਕੀ ਹੈ ਬੇਟੇ, ਕਿੰਨੇ ਉਹਦੇ ਆਇਨਸ ਬਣਦੇ ਨੇ, ਆ ਜਿਹੜਾ ਮਿਊ ਪੋਜ਼ਿਟਿਵ ਮਿਊ ਨੈਗੇਟਿਵ ਲਾਇਆ ਨਾ, ਇਹ ਕਿੰਨੇ ਆਇਨਸ ਉਹਦੇ ਬਣਦੇ ਨੇ, ਉਹ ਚੀਜ਼ ਹੈਗੀ ਆ। ਜਿਵੇਂ ਮੈਂ ਵੇਖਣਾ ਹੋਵੇ, ਮੰਨ ਲਓ NaCl ਦਾ ਦੇਖਣਾ ਹੋਊਗਾ, ਤਾਂ NaCl ਦੇ ਬੇਟੇ ਕੀ ਬਣਨਗੇ ਆਪਣੇ ਕੋਲੇ, ਲੈਂਬਡਾ ਪੋਜ਼ਿਟਿਵ ਲਾਉਣਾ ਪੋਜ਼ਿਟਿਵ ਲਾ ਲਓ, ਨਹੀਂ ਲਾਉਣਾ ਤਾਂ ਬਸ ਸਿੰਪਲ ਆਈ ਲਿਖ ਦਿਓ Na ਪੋਜ਼ਿਟਿਵ ਪਲੱਸ ਲੈਂਬਡਾ Cl ਨੈਗੇਟਿਵ। ਹੁਣ ਇੱਥੇ ਜਿਹੜਾ ਹੈਗਾ 1 ਹੀ ਇਹਨਾਂ ਦੀ ਜਿਹੜੀ ਹੈਗੀ ਹੈ ਕੰਟਰੀਬਿਊਸ਼ਨ ਹੈਗੀ ਹੈ, ਕੀ ਇਹਦਾ ਸੀ ਕੀ ਉਹਦਾ ਸੀਗਾ ਹਨਾ। ਜੇ ਮੰਨ ਲਓ ਤੁਹਾਡੇ ਕੋਲ ਇੱਥੇ ਮੈਗਨੀਸ਼ੀਅਮ ਕਲੋਰਾਈਡ ਹੁੰਦਾ, ਹੁਣ ਮੈਗਨੀਸ਼ੀਅਮ ਕਲੋਰਾਈਡ ਦੇ ਵਿੱਚ ਲੈਂਬਡਾ ਨੋਟ ਮੈਗਨੀਸ਼ੀਅਮ 2 ਪੋਜ਼ਿਟਿਵ plus 2 lambda naught ਪੋਜ਼ਿਟਿਵ ਨੈਗੇਟਿਵ ਵੀ ਲਾ ਹੀ ਲਿਓ। ਠੀਕ ਹੈ, ਫਿਰ ਕਈ ਵਾਰੀ ਕੋਈ ਬੰਦਾ ਇਤਰਾਜ਼ ਕਰ ਲੈਂਦਾ ਹੈਗਾ, ਕੋਈ ਇਸ ਤਰ੍ਹਾਂ ਦਾ ਐਗਜ਼ਾਮੀਨਰ ਵੀ ਆ ਜਾਂਦਾ। ਔਰ ਇੱਥੇ ਫਿਰ ਬੇਟਾ 2 ਆ ਜਾਣਾ, ਦੇਖੋ ਕਿਉਂਕਿ ਦੋ ਕਲੋਰੀਨ ਦੇ ਦੋ ਆਏ ਸੀਗੇ, ਮੈਗਨੀਸ਼ੀਅਮ ਦਾ 1 ਸੀ, ਉਹਦੇ ਮੂਹਰੇ 1 ਹੀ ਲਿਖਣਾ ਤੁਸੀਂ। ਮੰਨ ਲਓ ਮੈਂ ਹੋਰ ਐਗਜ਼ਾਮਪਲ ਦੇਵਾਂ ਤੁਹਾਨੂੰ, ਐਲੂਮੀਨੀਅਮ ਦੀ ਲੈ ਲੈਂਦੇ ਆ ਬੇਟੇ ਫॉर ਐਗਜ਼ਾਮਪਲ, ਐਲੂਮੀਨੀਅਮ ਕਲੋਰਾਈਡ ਦੀ ਲੈਣੀ, ਐਲੂਮੀਨੀਅਮ ਕਲੋਰਾਈਡ ਦੀ ਲੈ ਲਓ, ਤੇ ਐਲੂਮੀਨੀਅਮ ਕਲੋਰਾਈਡ ਦੀ ਐਗਜ਼ਾਮਪਲ ਆਹ ਆਣੀ ਹੈ। ਠੀਕ ਹੈ, ਨਹੀਂ ਉਹ ਵਾਲਾ ਲੈ ਲਓ, ਸਲਫੇਟ ਵਾਲਾ ਲੈ ਲਓ। ਠੀਕ ਹੈ ਜੀ, ਸਲਫੇਟ ਵਾਲਾ ਲੈ ਲੈਂਦੇ ਆਪਾਂ ਬੇਟੇ, ਤਾਂ ਆਪਣੇ ਕੋਲ ਕੀ ਬਣ ਜਾਣਾ ਬੇਟੇ, 2 ਐਲੂਮੀਨੀਅਮ 2 ਲੈਂਬਡਾ ਐਲੂਮੀਨੀਅਮ 3 ਪੋਜ਼ਿਟਿਵ ਪਲੱਸ 3 ਲੈਂਬਡਾ ਨੈਗੇਟਿਵ ਨੋਟ ਸਲਫੇਟ 2 ਨੈਗੇਟਿਵ। ਠੀਕ ਹੈ ਜੀ, ਵੀ ਸਲਫੇਟ ਦੇ 3 ਆਇਨਸ ਨਿਕਲੇ, ਐਲੂਮੀਨੀਅਮ ਦੇ ਕਿੰਨੇ ਨਿਕਲੇ ਬੇਟੇ 2 ਨਿਕਲੇ ਨੇ, ਬਸ ਜਿੱਦਾਂ ਉੱਤੇ ਹੁੰਦਾ ਉਹਨੇ ਆਇਨਸ ਉਹਦੇ ਨਿਕਲ ਜਾਣੇ ਹੈਗੇ। ਇਹ ਕੋਲਰਿਸ਼ ਲਾ ਨੂੰ ਕਹਿੰਦਾ। ਹੁਣ ਇਹਦੀ ਐਪਲੀਕੇਸ਼ਨਸ ਕੀ ਹੈ ਬੇਟੇ, ਐਪਲੀਕੇਸ਼ਨ ਆਪਾਂ ਪੜ੍ਹਦੇ ਹਾਂ। ਮੈਂ ਹੁਣ ਥੋੜਾ ਜਿਹਾ ਜਲਦੀ ਕਰਵਾਉਂਗਾ ਇੱਥੇ, ਕਿਉਂਕਿ ਵੀਡੀਓ ਹੋ ਸਕਦਾ ਵੱਡੀ ਨਾ ਬਣ ਜੇ, ਮੈਨੂੰ ਟਾਈਮ ਦਾ ਵੀ ਨਹੀਂ ਪਤਾ ਲੱਗ ਰਿਹਾ ਵੀ ਕਿੰਨਾ ਇਹਦਾ ਟਾਈਮ ਬੀਤ ਗਿਆ ਆਪਣਾ, ਤਾਂ ਇਸ ਕਰਕੇ ਥੋੜਾ ਜਿਹਾ ਛੇਤੀ ਆਪਾਂ ਕਰ ਲੈਂਦੇ ਹਾਂ। ਐਪਲੀਕੇਸ਼ਨ ਆਫ ਕੋਲਰਿਸ਼ ਲਾ, ਸਭ ਤੋਂ ਪਹਿਲੀ ਐਪਲੀਕੇਸ਼ਨ ਆ ਬੇਟੇ, ਤੇ ਬਹੁਤ ਇੰਪੋਰਟੈਂਟ ਐਪਲੀਕੇਸ਼ਨ ਆ, ਵੈਰੀ ਇੰਪੋਰਟੈਂਟ ਹੈ, ਇਹਦੇ ਬੇਸ ਦੇ ਉੱਤੇ ਪੇਪਰ 'ਚ ਕੁਐਸਚਨ ਵੀ ਆ ਜਾਂਦਾ ਹੈਗਾ। ਤਾਂ ਪਹਿਲੀ ਐਪਲੀਕੇਸ਼ਨ ਵਿੱਚ ਉਹ ਕੀ ਕਹਿੰਦੇ ਆ, ਇਹਦੇ 'ਚ ਆਪਾਂ ਕੈਲਕੂਲੇਟ ਕਰ ਸਕਦੇ ਹਾਂ ਬੇਟੇ, ਟੂ ਕੈਲਕੂਲੇਟ the molar conductivity to calculate the molar conductivity at infinite dilution। ठीक है, infinite dilution of calculate the molar conductivity of weak electrolyte at infinite dilution। थोड़ी ना बोर्ड ਦੀ ਵੀ ਪ੍ਰੋਬਲਮ ਆ ਰਹੀ ਹੈ, ਤੇ ਕੋਈ ਨਾ ਪਹਿਲੇ ਜਲਦੀ ਸੁਧਾਰ ਕਰਾਂਗੇ। ਇਨਫਾਈਨਾਈਟ ਡਿਲੂਸ਼ਨ ਦੇ ਉੱਤੇ ਬੇਟੇ ਵੇਖੋ, ਵੀਕ ਇਲੈਕਟ੍ਰੋਲਾਈਟ ਦੀ ਜਿਹੜੀ ਆ ਕਨੈਕਟੀਵਿਟੀ ਨਾ, ਮੋਲਰ ਕਨੈਕਟੀਵਿਟੀ ਵੇਖਣੀ ਬਹੁਤ ਮੁਸ਼ਕਲ ਸੀਗੀ, ਪਰ ਆਪਾਂ ਕੋਲਰਿਸ਼ ਲਾ ਦੀ ਮਦਦ ਦੇ ਨਾਲ ਦੇਖ ਸਕਦੇ ਹਾਂ। ਕਿੱਦਾਂ ਦੇਖ ਸਕਦੇ ਹਾਂ ਬੇਟੇ, ਵੀਕ ਇਲੈਕਟ੍ਰੋਲਾਈਟ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਆਹ ਵਾਲਾ ਹੁੰਦਾ ਹੈ ਹਨਾ, ਇਹ ਆਪਾਂ ਸਾਰਿਆਂ ਨੇ ਵੀਕ ਇਲੈਕਟ੍ਰੋਲਾਈਟ ਪੜਿਆ, ਐਸਟਿਕ ਐਸਿਡ। ਤੇ ਇਹ ਐਸਟਿਕ ਐਸਿਡ ਨੂੰ ਜੇਕਰ ਆਪਾਂ ਤੋੜੀਏ ਤਾਂ ਤੁਹਾਨੂੰ ਪਤਾ ਬੇਟੇ ਇਦਾਂ ਬਣ ਜਾਂਦਾ ਹੈ, ਪੋਜ਼ਿਟਿਵ
CH3COO नेगेटिव प्लस H पॉजिटिव। ठीक है, ਕਟਾਇਨ ਤੇ ਅਨਾਇਨ ਦੋ ਇਹਨਾਂ ਦੇ ਵਿੱਚ ਟੁੱਟਦਾ ਹੈਗਾ। ਪਰ ਇਹਨੂੰ ਜੇਕਰ ਅਸੀਂ ਲਿਖਣਾ ਹੋਵੇ ਤਾਂ ਸਾਡੇ ਕੋਲ ਹੋਰ ਤਰੀਕਾ ਹੈਗਾ ਬੇਟੇ। ਠੀਕ ਹੈ, ਇਹ ਤਾਂ ਵੀਕ ਇਲੈਕਟ੍ਰੋਲਾਈਟ ਹੈ। ਅਗਰ ਸਾਡੇ ਕੋਲੇ ਅਸੀਂ ਤਿੰਨ ਇਹੋ ਜਿਹੇ ਸਟਰੋਂਗ ਲੈ ਲਈਏ ਜਿਨ੍ਹਾਂ ਤੋਂ ਮਿਲ ਕੇ ਜਿਹੜੇ ਹੈਗਾ ਅਸੀਂ ਉਹਨਾਂ ਦੀ ਕਨੈਕਟੀਵਿਟੀ ਦੇ ਅਕੋਰਡਿੰਗ ਇਹਦੀ ਕਨੈਕਟੀਵਿਟੀ ਕੱਢ ਸਕੀਏ ਤਾਂ ਫਿਰ ਸਾਡੇ ਕੋਲ ਐਪਲੀਕੇਸ਼ਨ ਆ ਜਾਣੀ ਹੈ ਮੋਲਰ ਕਨੈਕਟੀਵਿਟੀ ਆਫ ਵੀਕ ਇਲੈਕਟ੍ਰੋਲਾਈਟ ਦੀ। ਤਿੰਨ ਆਪਾਂ ਕਿਹੜੇ ਲੈਣੇ ਨੇ ਬੇਟੇ? ਦੇਖੋ HCl ਹੈ ਜਿਹੜਾ ਉਹ ਸਟਰੋਂਗ ਇਲੈਕਟ੍ਰੋਲਾਈਟ ਹੈ। NaCl ਕੀ ਹੈ ਬੇਟੇ? ਸਟਰੋਂਗ ਇਲੈਕਟ੍ਰੋਲਾਈਟ ਹੈ। ਇਦਾਂ ਹੀ ਜੇਕਰ ਆਪਾਂ ਸੋਡੀਅਮ ਐਸੀਟੇਟ ਲੈ ਲਈਏ ਉਹ ਵੀ ਇੱਕ ਸਟਰੋਂਗ ਇਲੈਕਟ੍ਰੋਲਾਈਟ ਹੈ। ਔਰ ਇਸ ਚੀਜ਼ ਨੂੰ ਬੇਟੇ ਅਸੀਂ ਨਾ ਇਹਨਾਂ ਦੇ ਵਿੱਚ ਡਿਵਾਈਡ ਕਰ ਸਕਦੇ ਹੈਗੇ। ਦੇਖੋ ਕਿੱਦਾਂ, ਜਿਹੜਾ ਆਪਣੇ ਕੋਲੇ ਆਹ ਚੀਜ਼ ਹੈ ਨਾ, ਆਹ ਚੀਜ਼, ਇਹਨੂੰ ਬੇਟੇ ਅਸੀਂ ਇਹਦੇ ਵਿੱਚ ਵੀ ਵੰਡ ਸਕਦੇ ਹਾਂ। ਦੇਖੋ ਇਹਦੇ ਵਿੱਚ ਨਾ ਤੁਸੀਂ ਆਉਂ ਕਰੋ, ਜਿੰਨਾ ਵੀ ਹੈਗਾ ਸਾਰੇ ਨੂੰ ਵੀ ਲਿਖ ਲਓ CH3 O ਨੈਗੇਟਿਵ ਪਲੱਸ ਲੈਮਡਾ ਨੋਟ H ਪੋਜ਼ਿਟਿਵ। ਹੁਣ ਇਹਦੇ ਵਿੱਚ ਤੁਸੀਂ ਕੀ ਕਰੋ ਬੇਟੇ? प्लस कर दो, सोडियम ਨੂੰ जोड़ दो ਤੇ सोडियम ਨੂੰ घटा दो। ठीक है जी, सोडियम ने जोड़ता और सोडियम ने घटाता। ਇਉਂ ਹੀ ਤੁਸੀਂ ਕੀ ਕਰੋ ਬੇਟੇ? ਇਹਦੇ ਵਿੱਚ ਤੁਸੀਂ क्लोरीन ਨੂੰ जोड़ ਦਿਓ। ठीक है, ਤੇ क्लोरीन ਨੂੰ घटा ਦਿਓ। ਲਓ ਜੀ, क्लोरीन ਨੇ जोड़ता, क्लोरीन ਨੇ ਇਹਦੇ ਵਿੱਚੋਂ ਘਟਾਤਾ। ਹੁਣ ਤੁਸੀਂ ਧਿਆਨ ਦਿਓ ਮਾੜਾ ਜਿਹਾ ਬੇਟੇ, ਜੇਕਰ ਅਸੀਂ ਹਾਈਡਰੋਜਨ ਨੂੰ ਇਸ क्लोरीन ਦੇ ਨਾਲ ਜੋੜ ਦਈਏ, ठीक है, एक हाइड्रोजन ਨੂੰ ਇੱਕ क्लोरीन ਨਾਲ ਜੋੜ ਦਈਏ ਤੇ ਕਿਹਦੀ ਮੋਲਰ ਕਨੈਕਟੀਵਿਟੀ ਬਣ ਜਾਣੀ? ਅਸਲ ਦੇ ਵਿੱਚ ਬੇਟੇ ਇਹ HCl ਦੀ ਮੋਲਰ ਕਨੈਕਟੀਵਿਟੀ ਬਣ ਜਾਣੀ ਹੈ। ਆਹ ਦੋਨੇ ਹਾਈਡਰੋਜਨ ਤੇ ਇੱਕ क्लोरीन। ਠੀਕ ਹੈ, ਹੁਣ ਅਗਲੀ ਗੱਲ ਆ ਜਾਓ, ਆਹ ਸੋਡੀਅਮ ਆ ਜਿਹੜਾ ਤੇ ਆਹ ਜਿਹੜਾ ਆਪਣੇ ਕੋਲੇ ਐਸੀਟੇਟ ਆਇਨ ਹੈ, ਇਹਨਾਂ ਨੂੰ ਜੋੜ ਦਿਓ। ਦੋਨਾਂ ਦੇ ਮੂਹਰੇ ਪਲੱਸ ਆ ਨਾ, ਦੇਖੋ ਪਲੱਸ ਪਲੱਸ ਵਾਲੇ ਕਰਦੇ ਨੇ, ਮਾਈਨਸ ਵਾਲਾ ਨਹੀਂ ਕਰ ਦੇਣਾਗਾ। ਆਹ ਮੈਂ Cl ਮੈਂ ਇਹਦੇ ਨਾਲ ਜੋੜਿਆ, ਤੁਸੀਂ ਮਾਈਨਸ ਵਾਲਾ ਨਹੀਂ ਜੋੜਨਾ, ਪਲੱਸ ਵਾਲਾ ਜੋੜਨਾ। ਠੀਕ ਆ, ਸੋਡੀਅਮ ਐਸਿਡ ਆ ਜਿਹੜਾ ਆਪਣੇ ਕੋਲੇ ਐਸੀਟੇਟ ਆਇਨ ਇਹਨੂੰ ਸੋਡੀਅਮ ਨਾਲ ਜੋੜ ਦਾਂਗੇ ਤਾਂ ਸੋਡੀਅਮ ਐਸੀਟੇਟ ਬਣ ਜਾਣਾ। ਕੀ ਬਣ ਜਾਣਾ ਬੇਟੇ? ਆਪਣੇ ਕੋਲੇ ਸੋਡੀਅਮ ਐਸੀਟੇਟ ਆ। ਹਾਂ ਠੀਕ ਹੈ, ਸੋਡੀਅਮ ਐਸੀਟੇਟ ਬਣ ਗਿਆ। ਦੇਖੋ ਸੋਡੀਅਮ ਐਸੀਟੇਟ ਹੋ ਗਿਆ ਸਾਡੇ ਕੋਲੇ ਇੱਕ ਸਾਡੇ ਕੋਲੇ ਕੀ ਹੋ ਗਿਆ ਬੇਟੇ? HCl ਦੀ ਮੋਲਰ ਕਨੈਕਟੀਵਿਟੀ ਹੋ ਗਈ ਐਟਮ ਟੂ ਐਟਮ ਰਿਲੇਸ਼ਨ। ਕੀ ਰਹਿ ਗਿਆ? ਨੈਗੇਟਿਵ। ਹੁਣ ਇਹਨਾਂ ਦੋਨਾਂ ਚੋਂ ਨੈਗੇਟਿਵ ਕਾਮਨ ਕੱਢ ਲੈਣੇ ਆਪਾਂ ਬੇਟੇ। ਨੈਗੇਟਿਵ ਕਾਮਨ ਕੱਢ ਕੇ ਵਿੱਚ ਕੀ ਰਹਿ ਜਾਊਗਾ? ਸੋਡੀਅਮ ਪੋਜ਼ਿਟਿਵ ਪਲੱਸ क्लोराइड नेगेटिव। ठीक है, देखो नेगेटिव नेगेटिव मैं दोनों चो कॉमन काढ ली हैगी है। कॉमन काढ के अपने कोल विच प्लस ही रह गया, प्लस बन के वो की बन जाऊगा बेटे? वो भी अपने कोले NaCl बन जाऊगा। माइनस माइनस की बाहर कटी सोल्यूशन भी होनी है, माइनस NaCl आ गया। हुण तुहानू बेटे एदी मोलर कनेक्टिविटी पता होगी, एदी मोलर कनेक्टिविटी पता होगी, एदी मोलर कनेक्टिविटी पता होगी। तुसीं की करना है? एदी मोलर कनेक्टिविटी जोड़ देनी है, मतलब कि सोडियम एसीटेट दे विच HCl दी मोलर कनेक्टिविटी जोड़ के ਉਹਨਾਂ ਦੋਨਾਂ ਦੇ ਵਿੱਚੋਂ ਜਿਹੜਾ ਸੋਡੀਅਮ ਕਲੋਰਾਈਡ ਦੀ ਮੋਲਰ ਕਨੈਕਟੀਵਿਟੀ ਆਇਡੈਂਟੀਫਾਈਡ ਡਿਲੂਸ਼ਨ ਉਹ ਘਟਾ ਦੇਣੀ ਹੈ ਤਾਂ ਤੁਹਾਡੇ ਕੋਲੇ ਐਸਟਿਕ ਐਸਿਡ ਦੀ ਆ ਜਾਊਗੀ। ਠੀਕ ਹੈ, ਇਧਰ ਪਾਸੇ ਆਪਣੇ ਕੋਲੇ ਕੀ ਹੈ ਬੇਟੇ? ਐਸਟਿਕ ਐਸਿਡ ਫਿਰ ਬਚ ਜਾਊਗਾ। ਪਤਾ ਲੱਗ ਗਿਆ ਵੀ ਇਧਰਲੇ ਪਾਸੇ ਆਪਣੇ ਕੋਲੇ ਐਸਟਿਕ ਐਸਿਡ ਫਿਰ ਬਚ ਜਾਣਾ। ਇਹਦੀ ਮੋਲਰ ਕਨੈਕਟੀਵਿਟੀ ਸਿੱਧਾ ਕਰਕੇ ਫਾਈਂਡ ਆਊਟ ਕਰ ਸਕਦੇ ਹੈਗੇ। ਠੀਕ ਆ ਬਈ, ਇਉਂ ਕਰਕੇ ਆਪਾਂ ਇਹਨੂੰ ਕਰ ਲਵਾਂਗੇ। समझ लग गई ना? ਹੁਣ ਤੁਹਾਨੂੰ ਇਹਦੀ ਵੈਲਿਊ ਦਿੱਤੀ ਹੋਊਗੀ, ਇਹਦੀ ਵੈਲਿਊ ਦਿੱਤੀ ਹੋਊਗੀ, ਇਹਦੀ ਵੈਲਿਊ ਦਿੱਤੀ ਹੋਊਗੀ, ਇਹਨਾਂ ਦੋਨਾਂ ਨੂੰ ਜੋੜ ਕੇ ਉਹਨੂੰ ਘਟਾ ਦੇਣਾ ਹੈਗਾ ਬੇਟੇ। ਗਾਂਪਸ਼ਨ ਕੀਤੇ ਨਾ, ਹੋਰ ਕੁਝ ਨਹੀਂ ਕੀਤਾਗਾ ਅਸੀਂ, ਤੇ ਤੁਹਾਨੂੰ ਕਿਤਾਬ ਦੇ ਉੱਤੇ ਨਿਊਮੈਰੀਕਲ ਮਿਲ ਜਾਣਗੇ ਤਾਂ ਤੁਸੀਂ ਉਹਨਾਂ ਨੂੰ ਕਰ ਲੈਣਾ। ਹੁਣ ਇਸ ਤੋਂ ਅਗਲੀ ਐਪਲੀਕੇਸ਼ਨ ਹੈ। ਅਗਲੀ ਐਪਲੀਕੇਸ਼ਨ ਕੀ ਹੈ ਬੇਟੇ? ਅਗਲੀ ਐਪਲੀਕੇਸ਼ਨ ਹੈ ਟੂ ਕੈਲਕੂਲੇਟ ਦਾ ਡਿਗਰੀ ਆਫ ਡਿਸੋਸੀਏਸ਼ਨ। ਕੈਲਕੂਲੇਟ ਡਿਗਰੀ ਆਫ डिसोसिएशन। ये आप पीछे करके हटे हैं बेटे, मैं दोबारा नहीं दोबारा दसना हैगा, मैं माड़ा जिहा दसना। ऑफ वीक इलेक्ट्रोलाइट जो ਤੁਹਾਨੂੰ ਪਤਾ ਹੀ ਵੀਕ ਦਾ ਆਪਾਂ ਕਰਦੇ ਪਏ ਆ। ਔਰ ਡਿਗਰੀ ਆਫ डिसोसिएशन ਦਾ ਫਾਰਮੂਲਾ ਇਸ ਪਿੱਛੇ ਗੱਲ ਕੀਤਾ ਸੀਗਾ, ਐਟ ਐਨੀ ਕਨਸੈਂਟ੍ਰੇਸ਼ਨ ਓਵਰ ਐਟ ਅਨਫਾਈਨਡ ਡਿਲੂਸ਼ਨ। ਠੀਕ ਹੈ, ਇਹ ਉਹੀ ਫਾਰਮੂਲਾ ਲਾ ਦੇਣਾ। ਅਨਫਾਈਨਡ ਡਿਲੂਸ਼ਨ ਦੇ ਉੱਤੇ ਦੀ ਮੋਲਰ ਕਨੈਕਟੀਵਿਟੀ ਕਿੰਨੀ ਸੀਗੀ ਬੇਟੇ? ਠੀਕ ਹੈ, ਤੇ ਐਟ ਐਨੀ ਕਨਸੈਂਟ੍ਰੇਸ਼ਨ ਦੇ ਉੱਤੇ ਦੀ ਮੋਲਰ ਕਨੈਕਟੀਵਿਟੀ ਕਿੰਨੀ ਸੀ? ਉਹਨਾਂ ਨੂੰ ਜਦੋਂ ਅਸੀਂ ਡਿਵਾਈਡ ਕਰਾਂਗੇ ਤਾਂ ਸਾਡੇ ਕੋਲੇ डिग्री ऑफ डिसोसिएशन आ जाएगी। और अगला आ गया अपने कोले ਇਹਦੀ ਆਪਣੀ ਜਿਹੜੀ ਐਪਲੀਕੇਸ਼ਨ ਹੈ ਉਹ ਹੈਗੀ ਵੀਰੇ ਕੈਲਕੂਲੇਟ डिसोसिएशन कांस्टेंट। डिसोसिएशन कांस्टेंट डिसोसिएशन कांस्टेंट ਦੇ ਵਿੱਚ ਵੀ ਕੀ ਆਊਗਾ ਬੇਟੇ? देखो k ਦਾ ਫਾਰਮੂਲਾ ਹੈ, k ਆਪਣੇ ਕੋਲ ਡਿਗਰੀ ਆਪਣਾ ਹੈਗਾ
डिसोसिएशन कांस्टेंट है, इसका फार्मूला बेटे C अल्फा स्क्वायर ओवर इन फार्मूले ਨੂੰ याद कर लो ਤੁਸੀਂ 1 माइनस अल्फा और अल्फा ਦੀ वैल्यू ਤੁਹਾਨੂੰ ਪਤਾ ਕਿੰਨੀ ਹੁੰਦੀ ਹੈ बेटे, ਹੁਣੇ ਆਪਾਂ ਕਰਕੇ ਹਟੇ ਆ एट एनी कंसंट्रेशन ओवर एट इनफाइनाइट डिवीजन। ठीक है, मोलर कनेक्टिविटी ਦਾ ਆਪਾਂ ਲੈ ਲੈਣਾ, ਇਹਨਾਂ ਦੀਆਂ ਵੈਲਿਊਜ਼ ਭਰ ਦਿਓ। C अल्फा ਦੀ ਵੈਲਿਊ ਭਰੀ ਅਸੀਂ स्क्वायर आ गया ओवर 1 माइनस एट इनफाइनाइट डिवीजन। ठीक है, ਤਾਂ ਇਹਨਾਂ ਦਾ ਆਪਣਾ ਜਿਹੜਾ ਹੈਗਾ ਐਲਸੀਐਮ ਲੈ ਲਓ, ਐਲਸੀਐਮ ਲੈ ਕੇ ਮਤਲਬ ਕੀ ਬਣ ਗਿਆ ਬੇਟੇ C ਥੱਲੇ ਕਰ ਦੇਣਾ ਮੈਂ, ਸ਼ਾਇਦ ਪਤਾ ਨਹੀਂ ਮੈਨੂੰ ਆਏ ਔਰ ਇਹਦਾ ਭਰਮਾ ਵੀ ਤੁਹਾਨੂੰ ਪਤਾ ਨਹੀਂ ਦਿਸਦਾ ਹੋਣਾ ਕਿ ਨਹੀਂ, ਚਲੋ ਕੋਈ C ਮੈਂ ਮੋੜ ਉੱਪਰ ਵੀ ਲਿਖ ਦੂੰਗਾ, ਵੈਸੇ ਤੁਹਾਨੂੰ ਐਲਸੀਐਮ ਲੈਣਾ ਹੀ ਹੁੰਦਾ, ਉੱਪਰਲਾ ਤਾਂ ਉਹੀ ਆ ਜਾਣਾ, ਥੱਲੇ ਵਾਲਾ ਐਲਸੀਐਮ ਲੈ ਕੇ ਲੈਮਡਾ ਨਾਟ ਮਾਈਨਸ ਲੈਮਡਾ C ਓਵਰ ਇਹਦਾ ਨਾ ਹੁਣ ਕੱਲੇ ਕੱਲੇ ਦਾ ਤੁਸੀਂ ਸਕੁਅਰ ਕਰ ਲਓ, ਕੱਲੇ ਦਾ ਉੱਪਰਲੇ ਦਾ ਸਕੁਅਰ, ਕੱਲੇ ਦਾ ਥੱਲੇ ਵਾਲੇ ਦਾ ਸਕੁਅਰ। ਕਿਉਂ ਕੀਤਾ ਬੇਟੇ ਮੈਂ ਇਦਾਂ, ਕਿਉਂਕਿ ਮੈਨੂੰ ਪਤਾ ਵੀ ਆ ਥੱਲੇ ਵਾਲਾ ਇਹਨਾਂ ਨਾ ਇਹਦੇ ਇੱਕ ਨਾਲ ਕੈਂਸਲ ਆਊਟ ਹੋ ਜਾਣਾ ਹੈਗਾ, ਉਹਦੇ ਚ ਇੱਕ ਹੀ ਰਹਿ ਜਾਣਾ। ਠੀਕ ਹੈ, ਤਾਂ ਆਪਣੇ ਕੋਲ ਜਿਹੜਾ ਫਾਈਨਲ ਰਿਜ਼ਲਟ ਰਹਿ ਜਾਣਾ ਉਹ ਰਹਿ ਜਾਊਗਾ C ਇਨਟੂ ਲੈਮਡਾ C ਦਾ ਸਕੁਅਰ ਓਵਰ ਲੈਮਡਾ ਨਾਟ। ਠੀਕ ਹੈ ਜੀ, ਇਨਟੂ ਲੈਮਡਾ ਨਾਟ ਮਾਈਨਸ ਲੈਮਡਾ C। ਠੀਕ ਹੈ, ਇਹ ਜਿਹੜੀ ਚੀਜ਼ ਆਪਣੇ ਕੋਲੇ ਬਣ ਜਾਣੀ ਹੈ, ਇਹਦੇ ਨਾਲ ਅਸੀਂ ਜਿਹੜਾ ਹੈਗਾ डिसोसिएशन कांस्टेंट कर सकते लैम्डा C है अपने को कंसंट्रेशन, लैम्डा C स्क्वायर मतलब कि मोलर कनेक्टिविटी एट एंड कंसंट्रेशन डिवाइडेड बाय लैम्डा नॉट इनटू लैम्डा नॉट माइनस लैम्डा C। ठीक है, ब्रैकेट ਦੇ ਵਿੱਚ ਬਾਕੀ ਕੰਮ ਕਰ ਦੇਣਾ ਤੇ ਇੱਥੋਂ ਵੀ ਤੁਸੀਂ ਨਿਊਮੈਰੀਕਲ ਕੱਢ ਸਕਦੇ ਤੇ ਇਹਦੇ ਵਿੱਚ ਨਿਊਮੈਰੀਕਲ ਕਰ ਲੈਣੇ ਨੇ। ਤਾਂ ਮੈਨੂੰ ਉਮੀਦ ਹੈ ਤੁਹਾਨੂੰ ਇਹ ਵੀਡੀਓ ਜਿਹੜੀ ਸਾਰੀ ਸਮਝ ਆ ਗਈ ਹੋਊਗੀ और मैंने बोर्ड की माड़ी जी समस्या लग गई, पर मेरी मजबूरी सी बेटे कितने जा नहीं सकियागा तो मैं नवा भी जा नहीं सकता, तो कोई नहीं जल्दी ही तुहानू एक चंगा वाइट बोर्ड देते आप पढ़ाना शुरू कर देना है। पर फिर भी मैंने लगता कापी के नालों इदा ठीक है कि तुहानू ज़्यादा समझ आती होगी, किद्दां समझ आती है मैंने बेटे कमेंट करके जरूर दसो। वीडियो को लाइक करो, शेयर करो और इस चैनल में जिन्होंने हाले तक सबसक्राइब नहीं किया सबसक्राइब करो। ये बेटे अपना इको एक केमिस्ट्री का चैनल है ਜਿਹੜਾ ਕਿ ਤੁਹਾਨੂੰ ਪੰਜਾਬੀ ਦੇ ਵਿੱਚ ਕੈਮਿਸਟਰੀ ਕਰਾਉਂਦਾ ਹੈ। ਮਿਹਰਬਾਨੀ, ਸ਼ੁਕਰੀਆ।